ਜਦੋਂ ਸ਼ੁਰੂਆਤ ਕੀਤੀ ਸੀ ਤੇ ਮੈਨੂੰ ਯਾਦ ਹੈ ਕਿ ਕਰੀਬਨ ਅੱਧਾ ਘੰਟਾ ਲੱਗਦਾ ਹੁੰਦਾ ਸੀ ਇਸ ਜਪਜੀ ਸਾਹਿਬ ਦੀ ਪੜ੍ਹਨ ਦਾ। ਮਤਲਬ ਅਸੀਂ ਪੜ੍ਹਨ ਦੀ ਗੱਲ ਕਰ ਰਹੇ ਹਾਂ ਮੈਂ, ਕਿਉਂਕਿ ਪੜ੍ਹਨ ਤੱਕ ਹੀ ਮਹਦੂਦ ਸੀ ਅਸੀਂ। ਹੌਲੇ 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 ਇਹਨੂੰ ਮਤਲਬ ਸਪੀਡ ਵੱਧਦੀ ਗਈ, ਅਤੇ ਸਪੀਡ ਵੱਧਦੀ ਦੀ ਸਾਡੀ ਵੀ ਖੁਸ਼ੀ ਵੱਧਦੀ ਗਈ, ਅਤੇ ਹੁਣ ਜਿਹੜਾ ਨਾ ਵਧੀਆ ਹੋ ਗਈ, ਪ੍ਰੈਕਟਿਸ ਹੋ ਗਈ ਹੈ। ਔਰ ਮੈਨੂੰ ਯਾਦ ਹੈ ਕਿ ਅਖੀਰ ਜਿੱਥੇ ਤੱਕ ਮੈਂ ਪਹੁੰਚਿਆ ਸੀ 7 ਮਿੰਟ ਦੇ ਵਿੱਚ ਇਹਨੂੰ ਮੈਂ ਕੰਪਲੀਟ ਕਰ ਲੈਂਦਾ ਸੀ ਜ਼ੁਬਾਨੀ ਫਟਾਫਟ। ਔਰ ਬੜੇ ਅੰਦਰੋਂ ਖੁਸ਼ੀ ਹੁੰਦੀ ਸੀ ਕਿ 7 ਮਿੰਟ 'ਚ ਦੇਖੋ ਅਸੀਂ 6.5-7 ਮਿੰਟ 'ਚ ਅਸੀਂ ਜਪਜੀ ਸਾਹਿਬ ਜਿਹੜਾ ਕੰਪਲੀਟ ਕਰ ਲੈਂਦੇ ਹਾਂ। ਪਰ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਉਹਨੂੰ, ਬਸ ਇੰਨੀ ਕੁ ਖੁਸ਼ੀ ਹੁੰਦੀ ਕਿ ਪਾਠ ਕਰ ਲਿਆ 6.5-7 ਮਿੰਟਾਂ 'ਚ ਜ਼ਬਾਨੀ ਫਟਾਫਟ ਨਿਪਟਾ ਦਿੱਤਾ, ਅਤੇ ਬਸ ਆਪਣੀ ਅੰਦਰੂਨੀ ਖੁਸ਼ੀ ਹੁੰਦੀ ਸੀ ਕਿ ਹਾਂ ਜੀ ਅਸੀਂ ਬਾਣੀ ਪੜ੍ਹ ਲਈ ਹੈ, ਹੋਰ ਤੋਂ ਜ਼ਿਆਦਾ ਕੁਛ। ਪਰ ਜਿਹੜੀ ਅੰਦਰੂਨੀ ਗੱਲਾਂ ਜਿਹੜੀਆਂ ਉਹ ਹੁਣ ਜਿਹੜੀਆਂ ਜਦੋਂ ਅਸੀਂ ਬਾਣੀ ਨੂੰ ਗਹਿਰਾਈ ਦੇ ਨਾਲ ਸਮਝਦੇ ਹਾਂ ਨਾ, ਅਤੇ ਉਹ ਪਤਾ ਨਹੀਂ ਸੈਂਕੜਿਆਂ ਵਾਰੀ ਦਾ ਕੀਤਾ ਹੋਇਆ ਪਾਠ ਅੱਜ ਟਿਕ ਕੇ ਪਾਠ ਕੀਤਾ ਹੋਇਆ ਨਾ, ਕਈ ਚੀਜ਼ਾਂ ਨਵੀਆਂ ਨਜ਼ਰ ਆਉਂਦੀਆਂ, ਚਾਹੇ ਉਹ ਕਦੀ ਧਿਆਨ ਵੀ ਨਹੀਂ ਗਿਆ ਸਾਡਾ। ਇਸ ਪੌੜੀ ਦੇ ਵਿੱਚ ਸ਼ਾਇਦ ਕਦੀ ਸਾਡਾ ਧਿਆਨ ਨਾ ਗਿਆ ਹੋਏ, ਮੇਰਾ ਵੀ ਨਹੀਂ ਗਿਆ। ਨਾਨਕ ਲਫ਼ਜ਼ 2 ਵਾਰੀ ਆਇਆ, ਸਾਡਾ ਕਦੀ ਅਸੀਂ ਪਾਠ ਸਪੀਡ ਨਾਲ ਕਰਦੇ, ਕਦੀ ਸੋਚਿਆ ਹੀ ਨਹੀਂ, ਕਦੀ ਧਿਆਨ ਹੀ ਨਹੀਂ ਕੀਤਾ। ਇੱਕੋ ਪੌੜੀ ਦੇ ਵਿੱਚ ਨਾਨਕ ਲਫ਼ਜ਼ 2 ਵਾਰੀ ਆਇਆ। ਇੱਕ ਵਾਰੀ ਆਇਆ ਨਾਨਕ ਆਖਣ ਸਭ ਕੋ ਆਖਿਆ ਇੱਕ ਦੋ ਇੱਕ ਸਿਆਣਾ, ਔਰ ਇਸੀ ਪੌੜੀ ਦੇ ਵਿੱਚ ਅੱਗੇ ਕਹਿੰਦੇ ਨੇ ਨਾਨਕ ਜੇ ਕੋ ਆਪੋ ਜਾਣਾ, ਅੱਗੇ ਗਿਆ ਨਾ ਸੋ। ਸੋ ਇਹ ਕਦੀ ਅਸੀਂ ਸਪੀਡ ਦੇ ਜਦੋਂ ਰੋਹ ਦੇ ਵਿੱਚ ਅਸੀਂ ਪੜ੍ਹਦੇ ਜਾਂਦੇ ਹਾਂ, ਅਸੀਂ ਕਦੀ ਇਸ ਚੀਜ਼ ਵੱਲ ਧਿਆਨ ਹੀ ਨਹੀਂ ਕੀਤਾ ਕਿ ਕਿਉਂ ਲਫ਼ਜ਼ ਵੀ ਕਿਉਂ 2 ਵਾਰੀ ਆਇਆ। ਔਰ ਪਹਿਲੇ ਤਾਂ ਸਾਨੂੰ ਇਹੀ ਨਹੀਂ ਪਤਾ ਹੁੰਦਾ ਕਿ ਕਿਉਂ, ਉਹਦਾ ਤਾਂ ਸਵਾਲ ਬਾਅਦ 'ਚ ਪੈਦਾ ਹੁੰਦਾ, ਪਹਿਲੇ ਤਾਂ ਇਹੀ ਪਤਾ ਹੋਏ ਕਿ ਹਾਂ ਵੀ ਆਇਆ ਕਿ ਨਹੀਂ ਆਇਆ, ਕਦੀ ਧਿਆਨ ਹੀ ਨਹੀਂ ਦਿੱਤਾ ਸੀ। ਸੋ ਜਦੋਂ ਅਸੀਂ ਆਰਾਮ ਦੇ ਨਾਲ ਟਿਕ ਕੇ ਬੈਠ ਕੇ ਸਮਝ ਕੇ ਇਹਨੂੰ ਪੜ੍ਹਦੇ ਹਾਂ, ਅਤੇ ਕਈ ਘੰਟੇ 3-3 4-4 ਘੰਟੇ ਇੱਕ ਪੌੜੀ ਨੂੰ ਸਮਝਣ ਦੇ 'ਚ ਲੱਗਦੇ ਨੇ, ਅੱਜ ਦੀ ਗੱਲ ਕਰ ਰਹੇ। ਔਰ ਸੋ ਸਮਝਣ ਦੀ ਢੰਗ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਜਪਜੀ ਸਾਹਿਬ ਦੀ ਜਦੋਂ ਸ਼ੁਰੂਆਤ ਕੀਤੀ ਸੀ, ਅਤੇ ਅਸੀਂ ਇਸ ਢੰਗ ਦੇ ਨਾਲ ਸਮਝਣਾ ਸ਼ੁਰੂ ਕੀਤਾ ਸੀ ਕਿ ਪੌੜੀ ਜਿਹੜੀ ਹੁੰਦੀ ਹੈ, ਪੌੜੀ ਦੀ ਆਖਰੀ ਲਾਈਨ ਦੀ ਜਿਹੜੀ ਹੁੰਦੀ ਹੈ, ਉਹ ਉਸ ਪੌੜੀ ਦੀ ਜਿਸਟ ਹੁੰਦੀ ਉਹਦੇ 'ਚ। ਅਤੇ ਅਸੀਂ ਸਾਰੀਆਂ ਪਿਛਲੀਆਂ ਵੀ ਜਿੰਨੀਆਂ ਵੀ ਪੌੜੀਆਂ ਸਮਝੀਆਂ, ਪਹਿਲੇ ਆਖਰੀ ਲਾਈਨ ਨੂੰ ਸਮਝ ਕੇ ਫਿਰ ਅਸੀਂ ਪੂਰੀ ਪੌੜੀ ਨੂੰ ਜਿਹੜਾ ਸਮਝਣ ਦਾ ਯਤਨ ਕੀਤਾ। ਅਤੇ ਇਸ ਢੰਗ ਦੇ ਨਾਲ ਇੱਕ ਸਾਨੂੰ ਨਵੇਂ ਹੀ ਢੰਗ ਦੇ ਨਾਲ ਇਹਨੂੰ ਸਮਝਣ ਦਾ ਜਿਹੜਾ ਉਹ ਮੌਕਾ ਮਿਲਿਆ ਸਾਨੂੰ। ਸੋ ਇਸ ਪੌੜੀ ਦੀ ਜਿਹੜੀ 21ਵੀਂ ਪੌੜੀ ਹੈ, ਇਹਦੀ ਆਖਰੀ ਪੰਕਤੀ ਹੈ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਵੱਡਾ ਸਾਹਿਬ, ਸਾਹਿਬ ਵੱਡਾ ਹੈ। ਹੁਣ ਕੋਈ ਵੀ ਚੀਜ਼ ਵੱਡਾ ਜਿਹੜਾ ਹੁੰਦਾ ਨਾ, ਵੱਡਾ ਕਿਸੇ ਗੱਲ 'ਤੇ ਅਸੀਂ ਉਹਨੂੰ ਵੱਡਾ ਕਹਿੰਦੇ ਹਾਂ। ਕਈ ਵਾਰੀ ਘਰ ਦੇ ਵਿੱਚ ਕੋਈ ਵੱਡਾ ਹੁੰਦਾ, ਅਤੇ ਵੱਡਾ ਦਾ ਮਤਲਬ ਇਹ ਨਹੀਂ ਕਿ ਉਹਦਾ ਕੱਦ ਕਾਠ ਹੀ ਬਹੁਤ ਵੱਡਾ। ਹੋ ਸਕਦਾ ਹਾਈਟ ਉਹਦੀ ਘੱਟ ਹੀ ਹੋਏ, ਉਮਰ 'ਚ ਵੱਡਾ ਹੋਏ, ਜਾਂ ਰੁਤਬੇ 'ਚ ਵੱਡਾ ਹੋਏ, ਜਾਂ ਸਮਝਦਾਰੀ 'ਚ ਵੱਡਾ ਹੋਏ। ਕਿਸੇ ਵੀ ਚੀਜ਼ 'ਚ ਵੱਡਾ ਸਾਹਿਬ ਨੂੰ ਅਸੀਂ ਵੱਡਾ ਕਹਿੰਦੇ ਹਾਂ, ਅਤੇ ਵੱਡਾ ਸਾਹਿਬ ਦਾ ਮਤਲਬ ਉਸ ਦੀਆਂ ਵਡਿਆਈਆਂ ਵੱਡੀਆਂ ਨੇ, ਹੋਰ ਵੱਡਾ ਕੀ ਉਹਦੇ 'ਚ। ਵੱਡਾ ਸਾਹਿਬ ਵੱਡੀ ਨਾਈ, ਵੱਡੀ ਨਾਈ ਦਾ ਮਤਲਬ ਇਹਦਾ ਵਡਿਆਈ, ਉਹਦਾ ਨਿਆਂ, ਉਹਦਾ ਨਾਮ, ਉਹ ਵੱਡਾ ਹੈ। ਕੀਤਾ ਜਾਕਾ ਹੋਵੇ, ਇਹ ਵਡਿਆਈ ਹੈ ਕਿ ਵੱਡਾ ਸਾਹਿਬ ਕਿ ਕੀਤਾ ਜੋ ਵੀ ਕੀਤਾ ਹੋਇਆ ਨਾ, ਜੋ ਇੱਕ ਉਹਦਾ ਹੁਕਮ ਹੈ, ਉਸ ਦੇ ਹੁਕਮ ਦੇ ਵਿੱਚ ਹੀ ਸਭ ਕੁਛ ਹੈਗਾ, ਇਹ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ, ਇਹ ਉਹਦੀ ਵਡਿਆਈ ਹੈ। ਨਾਨਕ ਜੇ ਕੋ ਆਪੋ ਜਾਣਾ, ਹੁਣ ਆਪੋ ਜਾਣੇ ਦਾ ਮਤਲਬ ਹੋ ਗਿਆ ਕਿ ਜੋ ਮੈਂ ਸਮਝਿਆ, ਜਿਹੜਾ ਆਪਣਾ ਉਸਨੂੰ ਆਪਣੇ ਆਪ ਕਰਕੇ ਭਾਵ ਉਹਨੂੰ ਕਿਸੇ ਐਸੇ ਢੰਗ ਦੇ ਨਾਲ ਸਮਝ ਲੈਂਦਾ ਕਿ ਮੈਂ ਉਸ ਰੱਬ ਤੱਕ ਪਹੁੰਚਣ ਦਾ ਇਹ ਢੰਗ ਹੈ, ਤਰੀਕਾ ਹੈ, ਮੈਂ ਆਪਣੇ ਆਪ 'ਚ ਹੀ ਉਹਨੂੰ ਕ੍ਰੀਏਟ ਕਰ ਲਿਆ ਜਿਹਨੇ। ਜਿਸ ਤਰ੍ਹਾਂ ਮੈਂ ਆਪਣਾ ਐਗਜ਼ਾਮਪਲ ਦਿੱਤਾ ਤੁਹਾਨੂੰ ਕਿ ਮੈਂ 30 ਮਿੰਟ ਦਾ ਪਾਠ ਜਿਹੜਾ 7 ਮਿੰਟ 'ਤੇ ਲਿਆਇਆ। ਇਹ ਮੇਰੀ ਆਪਣੀ ਮਨ ਦੀ ਸੋਚ ਨਾ ਕਿ ਜਿੱਥੇ 30 ਮਿੰਟ ਅਸੀਂ ਇੱਕ ਪਾਠ ਲਾਉਂਦੇ ਹਾਂ, ਜੇ ਮੈਂ 7 ਮਿੰਟ 'ਚ ਮੈਂ 3 ਵਾਰੀ ਕਰ ਲਾਂਗਾ ਤੇ ਮੇਰੀ ਗਿਣਤੀ 3 ਦੀ ਹੋ ਗਈ ਨਾ। ਅੱਧੇ ਘੰਟੇ 'ਚ ਮੈਂ 3 ਵਾਰੀ ਕਰ ਲਿਆ ਤੇ ਮੈਂ 3 ਵਾਰੀ ਮੇਰੀ ਗਿਣਤੀ 3 ਦੀ ਹੋ ਗਈ। ਹੁਣ ਇਹ ਮੇਰੀ ਸੋਚ, ਮੇਰੀ ਮਨ ਮਤ ਸੀ ਉਹਨੂੰ
मेरे मन की मत सी कि मैं 30 घंटे एक पाठ में ला के, एक पाठ मैं स्पीड नाल करके 7 मिनट च करके 3 वारी कर लिया, तो मेरी गिनती 3 या 4 वारी कर लिया, तो मेरी गिनती 4 की होगी, मेरी 4 वारी मतलब मैं कर लिया। इनू कहते हैं मन मत, मन की मत। मेरे मन ने सोचा उसी मुताबिक करना शुरू करता। नानक जे को आपो जाना, जे अपने आप ही कुछ करना शुरू कर दे बंदा, जिन्नियां भी मन मत्तां नज़र आंदियां ने, जिन्ने भी कर्म कांड नज़र आते हैं, वो सारे मन आपो जाने, अपने आप दे कुछ क्रिएट कर लिया सी, अपने आप ही कुछ सोच लिया भी इस तरह करन दे नाल, ऐ करन दे नाल इंज हो जाएगा। लेकिन अगे गया दस होए, जे उसदे ते अगे चलदा रहेगा ना, तैनू सोभा, तैनू शांति, तैनू मन का चैन, तैनू आत्मक खुशी, खेड़ा कुछ नहीं मिले। जिहड़ा सचियार होने की गल है, कुछ नहीं प्राप्त ही कुछ नहीं उहदे च। बस वो मूवमेंटरी जिहड़ा कुछ टाइम का जिहड़ा वो तू कर लिया ना, तैनू उहदे तैनू लगेगा कि हाँ भी मैं कुछ कर लिया। अंदर अंदर तेरा ठहराव नहीं, टिकाव नहीं आएगा। वो शोभा तैनू अंदर जिहड़ी हैगी ना, वो नहीं मिलती। जो जिन्हों दर की शोभा अंदर बैठे उस अकाल पुरख, उस रब के सामने जी शोभा की। सो जी सारी गल जी उसी दी चल रही है पूरी, इस जिन्हों असी आधार बना के चल रहे हैं कि सचियारा होइए कि कूड़े टुट पाल, हुक्म नसाई चलना नानक लिखिया नाल। सो मन दे नाल जिहड़ी असी कोई सोचनी बना लेनी है, उन्हों छड्ड मन की मत त्यागो हरजन, हुक्म बूझ सुख पाइए। वो सारी गल हुक्म बूझ, सचियार बनना हुक्म नूं समझना, वो तरीका उही दसिया, हुक्म रजाई चलना। सो वो मन की मत दे नाल जो मर्जी सोच ले बंदा, नानक जे को आपो जाना। हुण आपे जाने दे विच किहड़ियां लिस्ट गिनती किहड़ी हैगी है, की किहड़ी बंदा अपने आप दे क्रिएट कर लैंदा बंदा कि मैं इस तरह हो जाएगा। अब पौड़ी काफ़ी लंबी है, शायद असी कंप्लीट ना कर पाइए, जिन्ना भी हो सकेगा अज असी करांगे। हुण उस जिहड़ी नानक जे को आपो जाने, अपने आप की जिहड़ी जानन दी जिहड़ी लिस्ट है ना, उस लिस्ट की जिहड़ी है वो दसिया कि तीरथ, तप, दया, दत्त, दान, ये चीज़ां बड़ियां कॉमन जिहड़ियां चीज़ां जिहड़ियां उस रब तक पहुँचण दियां, उस धर्म नूं अपनाण दियां या धर्म के मार्ग ते चलण दियां जिहड़ियां अपनाईयां जांदियां। तीरथ असीं समझदे हां, तीरथ की है, तीरथ ते जाना, तीरथ और सब तो ये थोड़ी जी ग्रामर असीं समझिए कि इस पूरे पंक्ति दे विच ना तीरथ, तप, दत्त, दान, ये 4 जिहड़े अखर ने ना, ये इन्हां दे थल्ले औंकड़ है। और दया जिहड़ी है वो दया, क्योंकि ऐड़े नूं कन्ना लगा होया, इस करके वो क्योंकि ये किरिया दे नाल रिलेटेड है दया। सो इनू भी समझने की जरूरत हैगी कि किहड़ी किन्नों किन्नों दया, सारे लफज गुरबाणी दे आए ने, और यही सारे लफज आम धर्म की दुनिया च इस्तेमाल होंदे ने, लेकिन दोनों का डिफरेंस भी जिहड़ा असीं समझते जावांगे। हुण तीरथ जदों असीं गुरबाणी पढ़दे हां ते कहंदे ने तीरथ नावण जाओ, जाओ जांदा तीरथां दे नाल, कोई दिक्कत नहीं है, पर तीरथ नाम है, नाम नूं तीरथ किया, मतलब तीरथ नूं कंडैम नहीं किया कि तीरथ है ही नहीं, लेकिन यह दसिया कि तीरथ किहड़ा हैगा, तो तीरथ किहनूं मनना है। सारिया चीज़ां किसी चीज़ नूं इस तरह नहीं किया कि चीज़ एग्जिस्ट ही नहीं करती, लेकिन एग्जिस्टेंस उसकी किस ढंग के नाल मननी है, किस ढंग के नाल उन्होंने अपनाना है, यही गुरबाणी सेध देती है। और ना गुरबाणी कहती है तीरथ नाता क्या करे, मन में मैल गुमान, गुर बिन किन समझाया, मन राजा सुल्तान। मन राजा सुल्तान है जिहड़ा, उन्हें सोच लिया कि हाँ भी फलाने तीरथ ते जाके इंज 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 मिल जाता, पर गुर बिन कौन समझाइए, गुरु तो बिना कौन समझा सकता, ज्ञान तो बिना जिहड़ा उन्होंने सोची किस आ सकती है। सो एक तीरथ गुरबाणी का जिहड़ा तीरथ है वो वखरा कि अंदर की जिहड़ी गत करनी है ना, अंतरगत तीरथ मन लाओ, ये इसी पौड़ी दे विच सानूं अगे पढ़ांगे कि एक्चुअल गुरबाणी किनों तीरथ मनना कहती है। अंतर की गति करा लेनी, इनों तीरथ का स्नान है, उहदे विच ना तप, तप जिहड़ा हैगा वो अपने आप नूं तपाउणा, जिन्हों असीं कहंदे हां अग दे विच सेक दे कोल बह जाना, या जल धारा कर लैनी,
ਨੰਗੇ ਪੈਰ ਤੁਰ ਲੈਣਾ, ਪੁੱਠੇ ਲਟਕ ਜਾਣਾ, ਕੁਝ ਵੀ ਇਸ ਤਰ੍ਹਾਂ ਦਾ ਜਿਹੜਾ ਸਰੀਰਕ ਕਸ਼ਟ ਦੇ ਕੇ ਜਿਹਨੂੰ ਅਸੀਂ ਕਹਿੰਦੇ ਨਾ, ਉਹਨੂੰ ਤਪ ਦੇ ਕੈਟੇਗਰੀ 'ਚ ਆਉਂਦੀਆਂ ਸਾਰੀਆਂ। ਤਪ। ਦਇਆ ਦੇ ਵਿੱਚ ਹੁੰਦਾ ਕਿਸੇ ਜਾਨਵਰ ਨੂੰ ਰੋਟੀ ਖਵਾਤੀ, ਕਿਸੇ ਕੀੜੀਆਂ ਨੂੰ ਆਟਾ ਪਾਤਾ, ਪੰਛੀਆਂ ਨੂੰ ਦਾਣਾ ਪਾਤਾ, ਕੁੱਤਿਆਂ ਨੂੰ ਰੋਟੀ, ਕੁਛ ਵੀ ਮਤਲਬ ਇਸ ਤਰ੍ਹਾਂ ਦਾ ਮਤਲਬ ਕਰ ਲੈਣਾ, ਦਇਆ ਕਰਦੀ, ਜੀਵ ਦਇਆ ਕਰਨੀ। ਇਹ ਵੀ ਇੱਕ ਧਰਮ ਦੀ ਬੜੀ ਵੱਡੀ ਇੱਕ ਦੁਨੀਆ ਦੇ ਵਿੱਚ ਹਰ ਉਹਨੂੰ ਦੱਸਿਆ ਜਾਂਦਾ ਕਿ ਤੂੰ ਇਹ ਕਰ ਲੈ, ਤੈਨੂੰ ਤੂੰ ਧਰਮ ਦੇ ਕਿਸੇ ਉਹਦੇ ਪਹੁੰਚ ਜਾਏਗਾ। ਦੱਤ ਕਹਿੰਦੇ ਨੇ ਤਿਆਗ। ਕਿਸੇ ਕੋਈ ਕਹਿੰਦਾ ਮੈਂ ਇਸ ਚੀਜ਼ ਦਾ ਤਿਆਗ ਕਰ ਦੇਣਾ, ਉਸ ਇਹਨੂੰ ਧਰਮ ਸਮਝ ਲਿਆ। ਕੋਈ ਕਹਿੰਦਾ ਮੈਂ ਨਾਨ ਵੈਜ ਖਾਣਾ ਛੱਡਤਾ ਜੀ, ਹੁਣ ਤੋਂ ਮੈਂ ਬੜਾ ਧਰਮੀ ਹੋ ਗਿਆ। ਕੋਈ ਮੈਂ ਸੀਤਾ ਕੱਪੜਾ ਪਾਣਾ ਛੱਡ ਦਿੱਤਾ, ਜਾਂ ਕੋਈ ਇਸ ਚੀਜ਼ ਦਾ ਮੈਂ ਤਿਆਗ ਕਰ ਦਿੱਤਾ। ਆਪਣੇ ਆਪ ਤੇ ਸੰਜਮ ਕਰ ਲੈਣਾ, ਕੋਈ ਖਾਸ ਚੀਜ਼ ਨੂੰ ਰੋਕ ਲੈਣਾ ਆਪਣੇ ਆਪ ਨੂੰ। ਉਹ ਇਹਨੂੰ ਆਮ ਦੁਨੀਆ ਦੇ ਵਿੱਚ, ਧਰਮ ਦੀ ਦੁਨੀਆ ਦੇ ਵਿੱਚ ਸਮਝਿਆ ਜਾਂਦਾ। ਦੱਤ। ਦਾਨ ਹੁੰਦਾ ਕੱਪੜਾ, ਕੋਈ ਖਾਣਾ, ਕੋਈ ਰੋਟੀ, ਕੋਈ ਚੀਜ਼ ਦਾਨ। ਲੇਕਿਨ ਗੁਰਬਾਣੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਮੰਨਦੇ ਹੋਏ ਵੀ ਉਹਦਾ ਐਕਚੁਅਲ ਉਹਦਾ ਰੂਪ ਦੱਸਿਆ ਗਿਆ ਕਿ ਤੀਰਥ ਅੰਤਰਗਤ ਤੀਰਥ ਮਨ ਲਾਓ। ਜੇ ਤਪ ਕਰਨਾ ਤੇ ਤਪ ਆਪਣੇ ਆਪ ਨੂੰ ਤਪਾਣਾ, ਭਾਵ ਉਸ ਗਿਆਨ ਨੂੰ ਹਾਸਲ ਕਰਨਾ, ਮਿਹਨਤ ਕਰਨੀ, ਜਿਹੜੀ ਉਹ ਤਪ ਹੈ। ਕਿਰਤ ਕਰਨੀ। ਦਇਆ ਹੁੰਦੀ ਤੂੰ ਸਭ ਤੋਂ ਪਹਿਲੇ ਦੂਜਿਆਂ ਦੀ ਪਹਿਲੇ ਆਪਣੇ ਤੇ ਦਇਆ ਕਰ। ਤੂੰ ਕਿੰਨਾ ਪਰੇਸ਼ਾਨ ਹੈ, ਕਿੰਨਾ ਤੜਪ ਰਿਹਾ, ਕਿੰਨਾ ਤੇਰਾ ਅੰਦਰੋਂ ਮਤਲਬ ਫਰਸਟ੍ਰੇਟਿਡ ਹੈਗਾ, ਕਦੀ ਆਪਣੇ ਤੇ ਦਇਆ ਤੇ ਕਰ ਨਾ ਪਹਿਲੇ। ਦੂਜੇ ਤੇ ਦਇਆ ਬਾਅਦ ਚ ਕਰੀ। ਤੂੰ ਆਪਣੇ ਤੇਰਾ ਅੰਦਰ ਤੇਰਾ ਤੜਪ ਹੈਗੀ ਹੈ, ਉਹਨੂੰ ਕਦੋਂ ਠੀਕ ਕਰੇਗਾ? ਜਦੋਂ ਤੂੰ ਆਪਣੇ ਤੇ ਦਇਆ ਕਰ ਲਈ ਨਾ, ਆਪਣੇ ਆਪ ਨੂੰ ਅੰਦਰ ਨੂੰ ਠੀਕ ਕਰ ਲਿਆ, ਬਾਹਰ ਦਇਆ ਤੈਨੂੰ ਤਾਂ ਸਮਝ ਆਏਗੀ ਕਿ ਕੀ ਹੁੰਦੀ ਹੈ। ਦੱਤ ਤਿਆਗ ਕਰਨਾ। ਕਿਹੜੀ ਚੀਜ਼ਾਂ ਦਾ ਤਿਆਗ ਕਰਨਾ? ਅਵਗੁਣਾ ਦਾ ਤਿਆਗ। ਇਹ ਦੱਤ ਦੀ ਕੈਟੇਗਰੀ 'ਚ ਗੁਰਬਾਣੀ ਦੱਸੀ। ਇਹਦੀ ਬੜੀ ਲੰਬੀ ਡਿਟੇਲ ਹੈ, ਇੱਕ ਵੱਖਰਾ ਟੌਪਿਕ ਹੈ ਸਾਰੀਆਂ ਚੀਜ਼ਾਂ ਦਾ, ਅਸੀਂ ਕਿਉਂਕਿ ਉਹਦੇ ਤੇ ਅਸੀਂ ਫੋਕਸ ਨਹੀਂ ਕਰ ਰਹੇ। ਦਾਨ ਹੁੰਦਾ ਕਿ ਆਪਣੇ ਗਿਆਨ ਇੰਦਰੀਆਂ ਨੂੰ ਦਾਨ ਕਰਨਾ, ਆਪਣੀ ਸੋਝੀ, ਅੱਖਾਂ ਨੂੰ ਸੋਝੀ ਦੇਣੀ, ਮੱਤ ਨੂੰ ਸੋਝੀ ਆਣੀ, ਆਪਣੇ ਸਰੀਰ ਨੂੰ ਕਿਹੜਾ ਚੀਜ਼ ਮੈਂ ਦਾਨ ਦਿਆਂ ਕਿ ਉਹ ਮੇਰਾ ਜਿਹੜਾ ਹੈ ਆਪਣਾ ਜੀਵਨ ਠੀਕ ਹੋਏ। ਆਪਣਾ ਜੀਵਨ ਠੀਕ ਹੋਏਗਾ ਨਾ, ਜਦ ਤੱਕ ਆਪਣਾ ਜੀਵਨ ਠੀਕ ਨਹੀਂ ਹੈ ਤਦ ਤੱਕ ਤੂੰ ਦੂਸਰੇ ਵਾਸਤੇ ਕਰਨਾ ਵੀ ਬੜਾ ਮੁਸ਼ਕਲ ਹੈ। ਕਦੀ ਫਲਾਈਟ ਤੇ ਜਾਓ ਨਾ ਤੁਸੀਂ, 에ਅਰ ਫਲਾਈਟ ਤੇ, ਉਹਦੇ ਤੇ ਜਦੋਂ ਤੁਸੀਂ ਉਹ ਆਉਂਦੀ ਹੈ ਨਾ ਇੰਸਟਰਕਸ਼ਨ ਦੇਣ, ਜਾਂ ਸਾਹਮਣੇ ਲਿਖਿਆ ਵੀ ਹੁੰਦਾ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ ਆਕਸੀਜਨ ਮੇਰੀ ਘਟ ਰਹੀ ਹੈ ਤੇ ਤੁਸੀਂ ਬਟਨ ਦਬਾਓ ਤੇ ਤੁਹਾਨੂੰ ਇੱਕ ਆਕਸੀਜਨ ਦਾ ਇੱਕ ਨੋਜ਼ਲ ਆਉਂਦੀ ਹੈ, ਉਹ ਤੁਸੀਂ ਆਪਣੇ ਮਾਸਕ ਆਏਗਾ, ਉਹਨੂੰ ਤੁਸੀਂ ਆਪਣੇ ਤੇ ਲਗਾ ਕੇ ਤੁਸੀਂ ਆਕਸੀਜਨ ਲੈ ਸਕਦੇ ਹੋ, ਤੁਹਾਨੂੰ ਕਦੀ ਆਕਸੀਜਨ ਘੱਟ ਲੱਗੇ। ਤੇ ਤੁਸੀਂ ਦੂਸਰੇ ਦੀ ਵੀ ਹੈਲਪ ਕਰੋ। ਅਗਰ ਤੁਹਾਡੇ ਨਾਲ ਕੋਈ ਬੈਠਾ ਹੈ, ਉਹਨੂੰ ਸਮਝ ਨਹੀਂ ਆ ਰਹੀ ਤੇ ਪਰ ਉਹਦੇ ਲਗਾਉਣ ਤੋਂ ਪਹਿਲੇ ਆਪਣੇ ਆਪ ਨੂੰ ਲਾ ਲੈਣਾ। ਕਿਤੇ ਆ ਨਾ ਹੋਏ ਉਹਨੂੰ ਲਾਉਂਦੇ ਰਹੋ ਤੇ ਤੁਸੀਂ ਲਗਾਓ ਹੀ ਨਾ ਤੇ ਤੁਸੀਂ ਡਿੱਗ ਜਾਓ, ਤੇ ਵੈਸੇ ਹੀ ਡਿੱਗ ਜਾਏਗਾ। ਇਹ ਇੰਸਟਰਕਸ਼ਨ ਪਹਿਲੇ ਦੇ ਕੇ ਜਾਂਦੇ ਨੇ ਕਿ ਪਹਿਲੇ ਆਪਣੇ ਤੇ ਲਾਓ, ਆਪਣੇ ਆਪ ਨੂੰ ਕੰਟਰੋਲ ਕਰੋ, ਆਪਣੇ ਆਪ ਨੂੰ ਠੀਕ ਕਰੋ, ਤਾਂ ਤੁਸੀਂ ਦੂਜੇ ਨੂੰ ਕਰਨ ਦੇ ਕਾਬਲ ਹੋਵੋਗੇ। ਤੁਸੀਂ ਕਈ ਵਾਰੀ ਹੁੰਦਾ ਬੰਦਾ ਜਲਦੀ, ਜੇ ਤੁਹਾਨੂੰ ਮੈਂ ਆਪਣੇ ਜਿਹੜਾ ਨਾਲ ਬੈਠਾ ਕੋਈ ਬੱਚਾ ਵੱਡਾ, ਉਹਨੂੰ ਮੈਂ ਲਾ ਦਿਆਂ, ਉਹਨੂੰ ਲਾਉਂਦੇ ਆਪ ਹੀ ਡਿੱਗ ਜਾਂਦਾ। ਸੋ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ। ਸੋ ਗੁਰਬਾਣੀ ਵੀ ਇਹ ਕਹਿੰਦੀ ਕਿ ਪਹਿਲੇ ਆਪਣੇ ਆਪ ਨੂੰ ਠੀਕ ਕਰ, ਆਪਣਾ ਅੰਦਰਲਾ ਖੁਸ਼ ਹੋਏਗਾ, ਅੰਦਰ ਠੀਕ ਹੋਏਗਾ ਨਾ, ਤਾਂ ਤੂੰ ਦੁਨੀਆ ਦੇ ਵਾਸਤੇ ਸਭ ਕੁਝ ਕਰਨ ਦੇ ਕਾਬਿਲ ਹੋਏਗਾ। ਜੇ ਕੋ ਪਾਵੈ ਤਿਲਕਾ। ਮੈਂ ਸਾਰੀਆਂ ਚੀਜ਼ਾਂ ਜਿਹੜੀਆਂ, ਜੇ ਕੋਈ ਬਾਹਰਲੇ ਦਾਨ, ਬਾਹਰਲੇ ਤੀਰਥਾਂ ਤੇ ਜਾਣਾ, ਬਾਹਰਲੇ ਦੱਤ ਕਰਨੇ, ਬਾਹਰਲੇ ਇਹ ਸਾਰੀਆਂ ਚੀਜ਼ਾਂ ਦਇਆ ਕਰਨੀ, ਇਹ ਜਿੰਨੀਆਂ ਵੀ ਚੀਜ਼ਾਂ ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਜੇ ਕੁਝ ਕਰਦਾ ਹੈ ਨਾ ਕੋਈ, ਤੇ ਇਹਦਾ ਕੀਤੇ ਦਾ ਰਿਜ਼ਲਟ ਰਿਜ਼ਲਟ ਹੈਗਾ ਬਸ ਤਿਲ ਮਾਤਰ ਮਤਲਬ ਤੀਰਥਾਂ ਤੇ ਹੋ ਕੇ ਆਇਆ, ਆਪਣੇ ਆਪ ਨੂੰ ਅੰਦਰੋਂ ਖੁਸ਼ੀ ਮਿਲ ਗਈ, ਬੜੇ ਅਸੀਂ ਮੈਂ ਧਰਮ ਕਰਮ ਕਰ ਆਇਆ। ਕੋਈ ਬਾਹਰ ਵੀ ਬੰਦਾ ਮਿਲੇਗਾ, ਅੱਛਾ ਹੋ ਆਏ ਹੋ, ਵਾਹ ਜੀ ਵਾਹ, ਤੁਸੀਂ ਤੇ ਬੜੇ ਚੰਗੇ ਹੋ, ਤੁਸੀਂ ਤੇ ਬੜੀ ਯਾਤਰਾ ਪੈਦਲ ਹੋ ਆਏ ਹੋ, ਵਾਹ ਜੀ ਵਾਹ। ਬਸ ਦਾਨ ਕਰ ਲਿਆ, ਸਟਾਲ ਲਾ ਲਏ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮੈਂ ਜੀ ਲੱਖ ਰੁਪਏ ਦਾ ਸਟਾਲ ਲਾ ਲਿਆ, ਹਾਂ ਜੀ ਬੜੇ ਲੱਖ ਰੁਪਏ ਲਗਾਤੇ ਤੁਸੀਂ ਸਟਾਲ ਦੇ ਉੱਤੇ, ਬ੍ਰੈਡ ਪਕੌੜੇ ਖਵਾਤੇ, ਬਾਅਦ ਅਗਲੇ ਦਿਨ ਖਤਮ। ਆਪਣੇ ਆਪ ਨੂੰ ਵੀ ਲੱਗ ਗਿਆ ਕਿ ਹਾਂ ਵੀ ਮੈਂ ਬੜਾ ਕਰ ਲਿਆ, ਦਾਨ ਕਰ ਲਿਆ, ਬੜੇ ਮੈਂ ਲੰਗਰ ਲਾ ਲਏ, ਇੱਕ ਅੱਧੇ ਦਿਨ ਦੀ, ਬਸ ਸਦੀਵੀ ਖੁਸ਼ੀ ਨਹੀਂ ਮਿਲੇਗੀ। ਜੇ ਸਦੀਵੀ ਖੁਸ਼ੀ ਲੈਣੀ ਹੈ
ਤੇ ਉਹਦੇ ਵਾਸਤੇ ਸੁਣਿਆ ਮੰਨਿਆ ਮਨ ਕੀਤਾ ਭਾਓ। ਉਹਦੇ ਵਾਸਤੇ ਤੈਨੂੰ ਸੁਣਨਾ ਮੰਨਣਾ ਪਏਗਾ। ਸੁਣਨਾ ਮੰਨਣਾ ਕੀ ਹੈ? ਉਹਦੇ ਵਾਸਤੇ ਪਿਛਲੇ ਅਸੀਂ ਸੁਣੀਆਂ ਔਰ ਮੰਨੇ ਦੀਆਂ ਪੌੜੀਆਂ ਪੜ੍ਹ ਕੇ ਆਏ ਹਾਂ। ਉਹਦੇ ਵਾਸਤੇ ਸਾਨੂੰ ਪਿਛਲਾ ਸਾਰਾ ਸਾਨੂੰ ਡਿਟੇਲ ਦੇ ਸਮਝਾਇਆ। ਸਾਨੂੰ ਉਹ ਪਿਆਰ, ਉਹ ਭਾਵ, ਉਹ ਪ੍ਰੇਮ ਤੂੰ ਰੱਖਿਆ। ਸੁਣਿਆ ਮੰਨਿਆ ਮਨ ਕੀਤਾ ਭਾਓ, ਸਾਰਾ ਤੂੰ ਕੀਤਾ। ਉਹ ਤੂੰ ਸੁਣਿਆ, ਉਸ ਹੁਕਮ ਨੂੰ ਸੁਣਿਆ, ਹੁਕਮ ਨੂੰ ਮੰਨਿਆ, ਹੁਕਮ ਦੇ ਵਿੱਚ ਚੱਲਿਆ, ਉਹਨੂੰ ਮੰਨਿਆ। ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਵਾਲਾ। ਫਿਰ ਸਮਝੋ ਸਾਰੇ ਇਹ ਤੀਰਥਾਂ ਤੂਰਥਾਂ ਦੇ ਸਨਾਨ ਤੇਰੇ ਅੰਤਰਗਤ ਫਿਰ ਹੋ ਗਏ ਸਾਰੇ। ਫਿਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਸੋ ਸਾਰੀਆਂ ਗੱਲ ਜਿਹੜੀ ਨਾ ਅੰਦਰ ਦੀ ਗੱਲ ਕੀਤੀ ਹੋਈ ਹੈ। ਸੁਖਮਨੀ ਸਾਹਿਬ ਦੀ ਜਦ ਤੀਜੀ ਪੌੜੀ ਪੜ੍ਹਦੇ ਆ ਨਾ, ਤੀਜੀ ਅਸ਼ਟਪਦੀ, ਤੀਜੀ ਅਸ਼ਟਪਦੀ ਦੇ ਵਿੱਚ ਜਦੋਂ ਸ਼ੁਰੂਆਤ ਕਰਦੇ ਆ, ਸ਼ੁਰੂਆਤ ਦੇ ਵਿੱਚ ਨਾ ਉਹਦੇ ਵਿੱਚ ਇੱਕ ਲਿਸਟ ਬਣਾਈ ਹੋਈ ਹੈ। ਲਿਸਟ ਦੇ ਵਿੱਚ ਹੁਣ ਸਾਡੇ ਵਿੱਚ ਵੀ ਬੜਾ ਪ੍ਰਚਲਿਤ ਹੈਗਾ ਕਿ ਨਾਮ ਜਪੋ। ਬੜੀ ਕਾਮਨ ਚੀਜ਼ ਹੈ ਕਿ ਜਪਿਆ ਕਰੋ ਜੀ, ਨਾਮ ਜਪ, ਨਾਮ ਬੜੇ ਪਰਾਉਣਾ। ਪਰ ਉਹਦੇ ਵਿੱਚ ਨਾ ਸਾਰੀਆਂ ਜਿਤਨੇ ਵੀ ਫੋਕਟ ਕਰਮ ਕਾਂਡ ਨੇ ਨਾ, ਉਹਨਾਂ ਕਰਮ ਕਾਂਡਾਂ ਦੀ ਲਿਸਟ ਹੈਗੀ ਉਸ ਤੀਜੀ ਅਸ਼ਟਪਦੀ ਦੇ ਸ਼ੁਰੂਆਤ ਦੇ ਵਿੱਚ। ਔਰ ਕਮਾਲ ਦੀ ਗੱਲ ਹੈ, ਸ਼ੁਰੂਆਤ ਦੇ ਵਿੱਚ ਹੀ ਜਿਹੜਾ ਸਭ ਤੋਂ ਕਰਮ ਕਾਂਡ ਦਾ ਸਭ ਤੋਂ ਪਹਿਲਾ ਨਾਮ ਲਿਆ ਨਾ, ਉਹ ਹੈਗਾ ਜਪਣਾ। ਰੈਪੀਟੇਸ਼ਨ ਜਿਹਨੂੰ ਕਹਿੰਦੇ ਨੇ, ਉਹਨੂੰ ਕਹਿੰਦੇ ਨੇ, ਉਸ ਅਸ਼ਟਪਦੀ ਕਹਿੰਦੇ ਨੇ ਜਾਪ ਤਾਪ, ਤਾਪ ਜਿਹਨੂੰ ਤਪ, ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਮਰਤ ਵਿਖਿਆਨ, ਜੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਮਨ ਬਦੇ ਫਿਰਿਆ। ਇਹ ਸਾਰੀ ਲਿਸਟ ਗਣਾਈ ਹੈ ਕਿ ਇਹਦੇ ਨਾਲ ਕੁਝ ਨਹੀਂ ਹੋਣਾ। ਉਸੀ ਅਸ਼ਟਪਦੀ ਦੀ ਜਿਹੜੀ ਦੂਸਰਾ ਪਦ ਹੈ ਉਹਦੇ ਵਿੱਚ ਵੀ ਫਿਰ ਅਗਲੀ ਲਿਸਟ ਗਣਾਈ ਹੋਈ ਹੈ। ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਹੈ ਨਾ, ਅਗਨ ਮਾਏ ਹੋਵੇ, ਅੱਗਾਂ ਜਲਾ ਲੈ, ਹੈ ਕਨਕ ਹੈਸਰ ਹੈਵਰ ਭੂਮਦਾਨ, ਇਹ ਸਾਰਾ ਦਾਨ ਕਰ ਲਾ, ਇਹ ਕਰ ਲਾ। ਉਸ ਤੋਂ ਅਗਲੀ ਪੌੜੀ, ਅਗਲੀ ਪਦੇ ਦੇ ਵਿੱਚ ਫਿਰ ਅਗਲੀਆਂ ਹੋਰ ਕਰਮ ਕਾਂਡ ਦੱਸੇ ਨੇ। ਮਨ ਕਾਮਨਾ ਤੀਰਥ ਦੇ ਛੁਟੈ, ਮਨ ਦੀ ਕਾਮਨਾ ਮੈਂ ਤੀਰਥ ਤੇ ਜਾ ਕੇ ਮਰਾਂ। ਇਹ ਵੀ ਇੱਕ ਧਰਮ ਦੀ ਇਹ ਸਾਰੀਆਂ ਗੱਲਾਂ। ਫਿਰ ਅਗਲੇ ਪਦੇ ਵਿੱਚ ਬਹੁਤ ਸਿਆਣ ਜਮਕਾ ਭਉ ਵਿਆਪੈ, ਅਨਕ ਜਤਨ ਕਰਤੇ ਸਨਤ। ਇਹ ਸਾਰੇ ਕਰਮ ਕਾਂਡਾਂ ਦੀ ਲਿਸਟ ਪੂਰੀ ਅਸ਼ਟਪਦੀ 'ਚ ਗਣਾ ਕੇ ਨੇ, ਅੱਠਵਾਂ ਪਦਾ ਜਦੋਂ ਆਉਂਦਾ ਨਾ, ਸਾਰੀਆਂ ਧਰਮ ਦੀਆਂ ਲਿਸਟਾਂ ਗਣਾ ਕੇ ਨਾ, ਅੱਠਵਾਂ ਪਦਾ ਜਿਹੜਾ ਆਉਂਦਾ ਨਾ, ਅੱਠਵੇਂ ਪਦੇ 'ਚ ਉਹਦਾ ਨਿਚੋੜ ਦੱਸਿਆ ਆ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਉਹਦੀ ਜਿਹੜੀ ਹੈ ਜਿਸ ਦੱਸੀ ਹੈ ਕਿ ਐਕਚੁਅਲ ਧਰਮ ਕੀ ਹੈ। ਸੋ ਗੁਰਬਾਣੀ ਦਾ ਕਨਸੈਪਟ ਬੜਾ ਯੂਨੀਕ ਹੈ, ਬੜਾ ਵੱਖਰਾ। ਕਿਤੇ ਵੀ ਕੰਡੈਮ ਨਹੀਂ ਕੀਤਾ ਕਿ ਹਾਂ ਵੀ ਇਹ ਤੂੰ ਨਹੀਂ ਕਰਨਾ, ਕਿਸ ਢੰਗ ਨਾਲ ਕਰਨਾ ਉਹਦਾ ਢੰਗ ਦੱਸਿਆ ਹੋਇਆ। ਸੋ ਇਹ ਸਾਰੀਆਂ ਜਿਹੜੇ ਜਿੰਨੇ ਵੀ ਤੀਰਥ ਦੀ ਗੱਲ ਕੀਤੀ ਨਾ, ਅੰਤਰਗਤ ਤੀਰਥ ਮਲ ਲਾਓ, ਪਤਾ ਲੱਗਦਾ ਕਿ ਤੀਰਥ ਗੁਰਬਾਣੀ ਕਿਹਨੂੰ ਕਹਿੰਦੀ ਹੈ। ਔਰ ਕਬੀਰ ਸਾਹਿਬ ਦਾ ਇੱਕ ਸ਼ਬਦ ਤੇ ਕਮਾਲ ਹੈ, ਕਿਉਂਕਿ ਕਬੀਰ ਸਾਹਿਬ ਦਾ ਜਿਹੜਾ ਢੰਗ ਹੈ ਨਾ ਗੱਲ ਕਰਨ ਦਾ, ਉਹ ਬੜੀ ਕਰਾਰੀ ਝੋਟ ਹੁੰਦੀ ਉਹਨਾਂ ਦੀ, ਵਿਅੰਗ ਦੇ ਤੌਰ ਤੇ ਵੀ ਹੁੰਦੀ ਹੈ ਔਰ ਦੂਸਰੇ ਢੰਗ ਨਾਲ ਵੀ। ਉਹਨਾਂ ਦੀ ਗੱਲ ਕਰਨ ਦਾ ਢੰਗ ਜਿਹੜਾ ਨਾ ਉਹ ਬੜਾ ਕਮਾਲ ਦਾ। ਉਹਦੇ 'ਚ ਕਹਿੰਦੇ ਨੇ ਝਗੜਾ ਏਕ ਨਿਬੇਰੋ ਰਾਮ। कबीर साहब जो तुम अपने जन को काम, कहते एक मेरा झगड़ा, एक मेरे दुविधा खत्म कर दो, मेरी भाई गल खत्म करा दो, मेरी झगड़ा एक निबेड़ो राम, एक मैनू गल समझा दो। ए मन वड्डा के जासियो मन मानिया, बई जेड़ा मेरा रब किसी रब ते मेरा मन मन गया, वो रब वड्डा होया कि मेरा मन वड्डा होया। राम वड्डा के रामे जानिया, जे राम नू कोई जान लवे, राम वड्डा होया कि राम नू जानन वाला वड्डा होया। एक्चुअली राम वड्डा ही है। ब्रह्म वड्डा की जास उपाया, वेद वड्डा के जहां ते आया। सारे सवाल ने इन्हां दे उत्ते कि भाई एक वेद बना दिते ने, वो वेद जिथों पैदा होए ने, वो वेद वड्डे ने कि जिस जगह ते लिखे गए उस जगह वड्डी होगी। नैचुरली वेद ही वड्डे होंगे। फिर अगली कहते हैं कभी कहो कह कबीर मन भयो उदास, तीरथ वड्डा के हर का दास।
ਕੋਈ ਤੀਰਥ ਬਣ ਗਿਆ, ਕਿਸੇ ਭਗਤ ਦੇ ਨਾਮ ਦੇ ਉੱਤੇ, ਕਿਸੇ ਮਹਾਂਪੁਰਖ ਦੇ ਨਾਮ ਦੇ ਉੱਤੇ ਕੋਈ ਜਗ੍ਹਾ ਬਣ ਗਈ ਹੈ। ਅਸੀਂ ਕਹਿੰਦੇ ਉਸ ਜਗ੍ਹਾ ਤੇ ਜਾ ਕੇ ਸਾਨੂੰ ਇਹ ਪ੍ਰਾਪਤੀਆਂ ਹੋਣਗੀਆਂ, ਸਾਨੂੰ ਇਹ ਮਿਲ ਜਾਏਗਾ, ਸਾਨੂੰ ਹੋ ਜਾਏਗਾ। ਉਹ ਤੀਰਥ ਜਿਹੜਾ ਬਣਿਆ ਉਹਦੇ ਉਸ ਤੀਰਥ ਉਸਦੇ ਕਾਰਨ ਬਣਿਆ ਜਾਂ ਉਹਦੇ ਕਾਰਨ ਤੀਰਥ ਬਣਿਆ? ਉਹ ਜਿਹੜਾ ਬੰਦਾ, ਜਿਹੜਾ ਭਗਤ ਜਾਂ ਜੋ ਵੀ ਹੈ, ਉਹ ਉਸ ਤੀਰਥ ਦੇ ਕਾਰਨ ਵੱਡਾ ਹੋਇਆ ਹੈ ਜਾਂ ਉਸ ਬੰਦੇ ਦੇ ਕਾਰਨ ਜਗ੍ਹਾ ਫੇਮਸ ਹੋਈ ਹੈ? ਅਸੀਂ ਉਸ ਜਗ੍ਹਾ ਦੇ ਨਾਲ ਜੁੜ ਗਏ, ਉਸ ਬੰਦੇ ਨੂੰ ਛੱਡ ਦਿੱਤਾ, ਉਸ ਭਗਤ ਨੂੰ, ਉਹਦੇ ਗੁਣਾਂ ਨੂੰ, ਉਹਦੇ ਜਿਹੜੀਆਂ ਕੁਆਲਿਟੀਆਂ ਉਹਨੂੰ ਛੱਡ ਦਿੰਦੇ ਹਾਂ। ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਗੁਰੂ ਰਾਮਦਾਸ ਜੀ ਦੀ ਕੁਆਲਿਟੀ ਨੂੰ ਨਹੀਂ ਜਾਣਦੇ। ਪਿੱਛੇ ਜੇ ਇੱਕ ਬੱਚਿਆਂ ਦੇ ਨਾਲ ਗੱਲਬਾਤ ਹੋਈ ਹੈ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ। ਚਲੋ ਉਹਨਾਂ ਦੇ ਕਈ ਉਹਨਾਂ ਦੇ ਦੱਸੀਆਂ ਜਾਂਦੀਆਂ ਇਸ ਤਰ੍ਹਾਂ, ਸਾਨੂੰ ਆਮ ਤੌਰ ਤੇ ਉਹ ਘੁੰਗਣੀਆਂ ਵੇਚਦੇ ਸੀ, ਇਹ ਸੀ ਇਹੀ ਆਮ ਤੌਰ ਤੇ ਦੱਸਿਆ ਜਾਂਦਾ। ਪਰ ਉਹਦੇ 'ਚ ਮੈਨੂੰ ਇਹ ਗੱਲ ਸਮਝ ਆਈ ਕਿ ਬੜੇ ਸਾਰੇ ਗੁਣ ਨੇ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਤੇ ਅਸੀਂ ਦੱਸਣ ਬੈਠਾਂਗੇ ਤੇ 10-15-20 ਮਿੰਟ ਘੰਟੇ 'ਚ ਅਸੀਂ ਸ਼ਾਇਦ ਬਿਆਨ ਨਾ ਕਰ ਸਕੀਏ। ਲੇਕਿਨ ਜੇ ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਥੋੜ੍ਹਾ ਸਮਝਣਾ ਹੋਏ ਕਿ ਗੁਰੂ ਰਾਮਦਾਸ ਜੀ ਜਿਸ ਢੰਗ ਤੋਂ ਸ਼ੁਰੂਆਤ ਕੀਤੀ ਉਹਨਾਂ ਨੇ ਘੁੰਗਣੀਆਂ ਵੇਚਣ ਤੋਂ, ਘੁੰਗਣੀਆਂ ਵੇਚਣ ਦਾ ਮਤਲਬ ਇਹ ਸੀ ਕਿ ਉਹਨਾਂ ਦੇ ਕੋਲ ਕੁਛ ਵੀ ਸਰਮਾਇਆ ਨਹੀਂ ਸੀ ਹੈਗਾ ਆਪਣਾ ਕੰਮ ਸ਼ੁਰੂ ਕਰਨ ਵਾਸਤੇ। ਨਾ ਸਕੂਲੀ ਵਿੱਦਿਆ ਸੀ, ਨਾ ਕੋਈ ਉਹਨਾਂ ਕੋਲ ਪੈਸਾ ਸੀ, ਗਰੀਬੀ, ਔਰ ਕੋਈ ਸਹਾਰਾ ਦੇਣ ਵਾਲਾ ਵੀ ਨਹੀਂ ਸੀ, ਹੈ ਨਾ, ਕੋਈ ਉਹਨਾਂ ਦੇ ਮਾਪਿਓ ਵੀ ਨਹੀਂ ਸੀ। ਉਸ ਹਾਲਾਤ ਤੋਂ ਲੈ ਕੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਉਸ ਹਾਲਾਤਾਂ ਤੋਂ ਸ਼ੁਰੂਆਤ ਕਰਕੇ ਕਿ ਬੈਠਾ ਸੋਢੀ ਪਾਤਸ਼ਾਹ ਤੱਕ ਕਿਸ ਤਰ੍ਹਾਂ ਪਹੁੰਚੇ। ਬੜੀ ਮਤਲਬ ਉਹਨਾਂ ਦੀ ਕਮਾਲ ਦਾ ਜੀਵਨ ਤੁਸੀਂ ਦੇਖੋ। ਮਤਲਬ ਬੱਚਿਆਂ ਦੇ ਨਾਲ ਅਸੀਂ ਗੱਲਬਾਤ ਕਿ ਅਸੀਂ ਸੋਚਦੇ ਹਾਂ ਕਿ ਯਾਰ ਮੇਰੇ ਕੋਲ ਤੇ ਮੇਰੇ ਮਾਪਿਆਂ ਕੋਲ ਪੈਸਾ ਹੀ ਨਹੀਂ ਹੈ, ਮੇਰੇ ਹੁੰਦਾ ਤੇ ਮੈਂ ਪਤਾ ਨਹੀਂ ਮੈਂ ਕਿਹੜੀ ਯੂਨੀਵਰਸਿਟੀ ਜਾ ਕੇ ਪੜ੍ਹਦਾ ਤੇ ਮੈਂ ਪਤਾ ਨਹੀਂ ਕੀ ਬਣ ਜਾਂਦਾ। ਸਾਡੇ ਕੋਲ ਤੇ ਗੱਡੀ ਨਹੀਂ ਹੈ, ਸਾਡੇ ਕੋਲ ਤੇ ਇਹ ਹੀ ਨਹੀਂ ਹੈ, ਸਾਡੇ ਕੋਲ ਤਾਂ ਉਹ ਹੀ ਨਹੀਂ ਹੈ। ਅਸੀਂ ਇਹੀ ਚੀਜ਼, ਮੇਰਾ ਰੰਗ ਕਾਲਾ, ਅਸੀਂ ਜਾਤ ਛੋਟੀ ਹੈ, ਸਾਡਾ ਕੱਦ ਛੋਟਾ ਹੈ, ਕੁਛ ਵੀ ਅਸੀਂ ਸੋਚਦੇ ਰਹਿੰਦੇ ਹਾਂ ਸਾਡੀ ਜ਼ਿੰਦਗੀ 'ਚ ਇਹ ਕਮੀ ਹੈ, ਕਮੀ ਹੈ, ਕਮੀ ਹੈ। ਜੇ ਗੁਰੂ ਰਾਮਦਾਸ ਜੀ ਜ਼ਿੰਦਗੀ ਦੀ ਸ਼ੁਰੂਆਤ ਦੇ ਵਿੱਚ ਕਮੀਆਂ ਦੇਖੋ ਤੇ ਮਤਲਬ ਸਾਡੇ ਮੁਕਾਬਲੇ ਤੇ ਅਸੀਂ ਕਹਿੰਦੇ ਅਸੀਂ ਤੇ ਬਹੁਤ ਚੰਗੇ ਪੋਜੀਸ਼ਨ ਤੇ ਹੈਗੇ ਆ। ਨਾ ਉਹਨਾਂ ਕੋਲ ਪੈਸਾ, ਨਾ ਉਹਨਾਂ ਕੋਲ ਘਰ-ਬਾਰ, ਮਾਪਿਓ ਵੀ ਨਹੀਂ, ਕੋਈ ਸਹਾਰਾ ਨਹੀਂ, ਕੁਛ ਨਹੀਂ। ਔਰ ਉਸ ਹਾਲਾਤਾਂ ਦੇ ਵਿੱਚੋਂ ਉਹ ਕਿੱਥੇ ਜਾ ਕੇ, ਜਿੱਥੇ ਦੁਨੀਆ ਦੇ ਮਤਲਬ ਵੱਡੇ ਵੱਡੇ ਬਾਦਸ਼ਾਹ ਆ ਕੇ ਉਹਨਾਂ ਦੇ ਅੱਗੇ ਸਿਰ ਝੁਕਾਇਆ ਉਹਨਾਂ ਨੇ, ਕਿੱਥੇ ਜਾ ਕੇ ਉਹ ਪਹੁੰਚੇ। ਸੋ ਇਹ ਗੁਣ ਅਸੀਂ ਗੁਰੂ ਰਾਮਦਾਸ ਜੀ ਕੋਲ ਨਹੀਂ ਸਿੱਖਿਆ ਤੇ ਸਿਰਫ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਆ ਗਏ। ਗੁਰੂ ਰਾਮਦਾਸ ਜੀ ਗੁਣਾਂ ਨਾਲ ਨਹੀਂ ਜੁੜੇ ਸੀ, ਦਰਬਾਰ ਸਾਹਿਬ ਨਾਲ ਮੱਥਾ ਟੇਕਣ ਤੱਕ ਜੁੜ ਗਏ। ਬਸ ਪਰਿਕਰਮਾ ਕਰਕੇ ਆਣੀ ਹੈ, ਮੱਥਾ ਟੇਕ ਕੇ ਆਣਾ ਬਸ। ਸੋ ਉਹੀ ਉਸੀ ਲੈ ਦੇ ਕਿ ਤੀਰਥ ਵੱਡਾ ਕਿ ਹਰਿ ਕਾ ਦਾਸ। ਸੋ ਇਹ ਸਾਰੀਆਂ ਤੀਰਥਾਂ ਦੀ ਜਿਹੜੀ ਗੱਲ ਇੱਥੇ ਤੱਕ ਦੱਸੀ ਹੈ। ਸੋ ਲੱਗਦਾ ਅੱਜ ਦੀ ਪੌੜੀ ਜਿਹੜੀ ਅਸੀਂ ਅਗਲੇ ਵਾਰੀ 'ਚ ਹੋਰ ਕੰਟੀਨਿਊ ਕਰਾਂਗੇ, ਇਸੀ ਗੱਲ ਤੋਂ ਅੱਗੇ ਸ਼ੁਰੂਆਤ ਕਰਾਂਗੇ। ਅੱਜ ਸਮਾਂ ਹੋ ਗਿਆ ਕਾਫੀ, ਤੇ 2 ਵਾਰੀਆਂ ਦੇ 'ਚ ਅਸੀਂ ਇਸ ਪੌੜੀ ਨੂੰ ਜਿਹੜਾ ਕੰਪਲੀਟ ਕਰਾਂਗੇ। ਪੌੜੀ ਕਾਫੀ ਲੰਬੀ ਹੈ ਤੇ ਅਗਲੀ ਵਾਰੀ 'ਚ ਇਹਨੂੰ ਹੋਰ ਸਮਝਣ ਦਾ ਯਤਨ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।